ਤੁਸੀਂ ਉਹ ਚੱਲ ਫਿਰ ਨਹੀਂ ਪੂਰਾ ਪਾਉਣਾ ਹੈਗਾ, ਤੁਸੀਂ ਸਾਰੀਆਂ ਚੀਜ਼ਾਂ ਆਪਣੇ ਸਹਾਰੇ ਨਹੀਂ ਕਰ ਸਕਦੇ ਹੈਗੇ। ਉਹ 'ਚ ਤਾਂ ਬੰਦੇ ਦਾ ਵੈਸੇ ਹੀ ਕਈ ਵਾਰ ਹੌਸਲਾ ਟੁੱਟ ਜਾਂਦਾ ਹੈ। ਇਸ ਚੀਜ਼ ਕਰਨੀ ਤਾਂ ਸਪੈਸ਼ਲੀ ਧਿਆਨ ਉਦੋਂ ਜਾਂਦਾ ਜਦੋਂ ਬੰਦਾ ਬਿਲकुल रिलैक्स ਹੁੰਦਾ है। या तो ऑप्शन आपके पास यही है कि इसके लिए रो लो और बेड पे रह लो, या फिर ये है कि हिम्मत करके आप आगे बढ़ो। तो मेरे लिए भी बहुत मुश्किल था स्टार्ट करना, पता नहीं था कहाँ से करूँ कैसे करूँ, बट थोड़ा बहुत हाथ पैर मारे, थोड़ा काम मिला जो भी था, और अब मैं मिस व्हीलचेयर वर्ल्ड इंडिया 2020 हूँ और इंडिया को रिप्रेजेंट करूँगी। जन्म तो इसी तरह ਦੇ ਨਾਲ ਹੋ ਤੁਸੀਂ ਜਾਂ ਬਾਅਦ 'ਚ ਇਹ ਹੋਇਆ ਤੁਹਾਡੇ ਨਾਲ एक्सीडेंट? 11 दिन की थी जब जो केयर टेकर आते हैं उनके हाथ से गिर गई थी, तो मेरा फ्रैक्चर हो गया, बट वो थोड़ा कॉम्प्लिकेटेड हो गया। जो सोशल एक्सेप्टेंस होती है, कहीं पे बात करना झिझकते हैं लोग बात करते हुए या कुछ भी है, और जॉब के रिगार्डिंग भी काफ़ी अपॉर्चुनिटीज़ कम है। ਜਦੋਂ ਸ਼ੁਰੂਆਤ ਕਰੀ ਉਦੋਂ ਲੱਗਿਆ ਕਿਸੇ ਨੇ ਕਿਹਾ ਕਿ ਆਖਰਕਾਰ ਕਿ ਤੁਸੀਂ ਪਹਿਲਾਂ ਆਪਣੀ ਜ਼ਿੰਦਗੀ ਇੰਨੀ ਜ਼ਿਆਦਾ ਔਖੀ ਹੈ ਕਿ ਫਿਰ ਤੁਸੀਂ ਅੱਗੇ फैशन वाले पास चले? तब अभी हम इंडिया आई थिंक इस दौर पे है जब वुमेन एम्पावरमेंट हो रही है। हाँ, ऐसे डिस्क्रिमिनेशन नहीं हुआ, बट डिसेबिलिटी के साथ बिल्कुल होता है कि कैसे लोग देखते हैं। अवेयरनेस नहीं है, उनको लगता है अच्छा ये व्हीलचेयर पे है तो कुछ एलियन होएगी या कुछ होएगा। हम भी मतलब अगर हमें एक अपॉर्चुनिटी मिले या हमारी नीड्स डिफरेंट होती है, अगर हमें वो प्रोवाइड करी जाए तो हम और लोगों जैसे ही हैं। ਸਤਿ ਸ਼੍ਰੀ ਅਕਾਲ। ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ। ਲਗਾਤਾਰ ਬਹੁਤ ਸਾਰੀਆਂ ਖਬਰਾਂ ਦੇ ਨਾਲ ਕਈ ਅਜਿਹੀਆਂ ਸ਼ਖਸੀਅਤਾਂ ਨੂੰ ਜਾਂ ਕਈ ਲੋਕਾਂ ਨੂੰ ਮਿਲਾਉਂਦੇ ਆ ਜਿਨ੍ਹਾਂ ਨੂੰ ਸੁਣਨਾ ਤੇ ਉਹਨਾਂ ਨੂੰ ਦੇਖਣਾ ਤੇ ਨਾਲ ਹੀ ਉਹਨਾਂ ਨੇ ਕੀ ਕੁਝ ਕੀਤਾ ਜਾਣਨਾ ਜ਼ਰੂਰੀ ਹੋ ਜਾਂਦਾ। ਉਹ ਇਸ ਕਰਕੇ ਕਿਉਂਕਿ ਉਸ ਚੀਜ਼ ਨੂੰ ਕਿਤੇ ਨਾ ਕਿਤੇ ਪੁਸ਼ਅਪ ਕਰਦੇ ਨਜ਼ਰ ਆਉਂਦੇ ਨੇ ਜਿਹੜੀਆਂ ਚੀਜ਼ਾਂ ਨੂੰ ਸ਼ਾਇਦ ਅਸੀਂ ਥੱਕ ਹਾਰ ਜਾਂਦੇ ਕਈ ਵਾਰੀ। ਸੋਮੇ ਠਾਕੁਰ ਸਾਡੇ ਨਾਲ ਨੇਗੇ। ਦੇਖਿਆ ਜਾਵੇ ਤੁਸੀਂ ਦੇਖ ਰਹੇ ਹੋ ਕਿ ਵੀਲ ਚੇਅਰ 'ਤੇ ਨੇ, ਪਰ ਹੌਸਲਾ ਬਹੁਤ ਵੱਡਾ। ਹੌਸਲੇ ਦੇ ਨਾਲ ਹੀ ਕਹਿੰਦੇ ਹੁੰਦੇ ਨੇ ਦੁਨੀਆ 'ਤੇ ਬੰਦਾ ਰਾਜ ਵੀ ਕਰ ਸਕਦਾ, ਅਤੇ ਨਾਲ ਹੀ ਜੇ ਕਿਹਾ ਜਾਵੇ ਜੇ ਹੌਸਲਾ ਟੁੱਟ ਜੇ ਤਾਂ ਫਿਰ ਖੁਦ ਦੀ ਜ਼ਿੰਦਗੀ ਵੀ ਕਈ ਵਾਰ ਨਹੀਂ ਰਹਿੰਦੀ। ਸੋਮੇ ਨਾਲ ਗੱਲ ਕਰਾਂਗੇ। ਸੋਮਿਆਂ ਦੇ ਨਾਂ ਕਿਤਾਬ ਨੇ ਕਈ, ਅੱਗੇ ਮੈਕਸੀਕੋ ਜਾਣਾ ਉਹਨਾਂ ਨੇ, ਮੋਡਲਿੰਗ ਕਰਦੇ ਨੇ, ਤੇ ਨਾਲ ਨਾਲ ਇਹ ਸਾਰੀਆਂ ਚੀਜ਼ਾਂ ਪੋਸੀਬਲ ਕਿਵੇਂ ਨੇ ਜਦੋਂ ਕਿ ਜ਼ਿੰਦਗੀ ਇਸ ਤਰ੍ਹਾਂ ਦੀ ਹੋਵੇ। ਸੋਮਿਆ, ਦੇਖਿਆ ਜਾਵੇ ਤੁਹਾਨੂੰ ਦੇਖ ਕੇ ਕਹਿ ਸਕਦੇ ਆ ਕਿ ਹੌਸਲਾ ਬੜਾ ਤੁਹਾਡੇ ਦੀ। ਤੇ ਸ਼ੁਰੂਆਤ ਕਿਸ ਤਰ੍ਹਾਂ ਦੇ ਨਾਲ ਕਰੀ ਪਹਿਲਾਂ ਤਾਂ, ਹਾਲਾਂਕਿ ਇਸ ਸਿਲਸਿਲੇ 'ਤੇ ਵੀ ਜਾਵਾਂਗੇ ਕਿ ਕੀ ਤੁਸੀਂ ਬਾਏ ਬਰਥ ਇਸ ਤਰ੍ਹਾਂ ਦੇ ਹੋ, ਪਰ ਖਿਤਾਬ ਜਿੱਤਿਆ ਤੁਸੀਂ ਆਖਰਕਾਰ ਉਹ ਮਾਡਲਿੰਗ ਦੇ ਵਿੱਚ ਜਿਹਦੇ ਵਿੱਚ ਕੁੜੀਆਂ ਸੁਪਨਾ ਤਾਂ ਲੈਂਦੀਆਂ ਨੇ ਪਰ ਸਹੀ ਹੁੰਦੇ ਬਾਵਜੂਦ ਨਹੀਂ ਜਾ ਸਕਦੀਆਂ। ਪਰ ਤੁਸੀਂ ਜੇ ਕਿਹਾ ਜਾਵੇ ਹੈਂਡੀਕੈਪਟ ਕਹਿਣਾ ठीक नहीं लगूगा क्योंकि जिस तरह का हौसला थोड़े। हाँ जी, ये मुश्किल तो है, बट अगर आप हार्ड वर्क करते हो और हार्ड वर्क से आपको आई थिंक आगे भगवान भी देखता है, तो मंजिल मिल जाती है। तो मेरे लिए भी बहुत मुश्किल था स्टार्ट करना, पता नहीं था कहाँ से करूँ कैसे करूँ, बट थोड़ा बहुत हाथ पैर मारे, थोड़ा काम मिला जो भी था, और अब मैं मिस व्हीलचेयर वर्ल्ड इंडिया 2020 हूँ और इंडिया को रिप्रेजेंट करूँगी। लगता कि ਜਦੋਂ ਇਹ ਜੇ ਕਿਹਾ ਜਾਵੇ ਸ਼ੁਰੂਆਤ ਚਲੋ ਤੁਸੀਂ ਫੈਸ਼ਨ ਕਰਨੀ ਨੂੰ ਕਦੋਂ ਤੋਂ ਕਰੀ, ਕਿਉਂਕਿ ਇਸ ਤਰ੍ਹਾਂ ਦੇ ਜਦੋਂ ਦੇਖਦੇ ਹਾਂ ਅਸੀਂ ਕੋਈ ਤੁਸੀਂ ਉਹ ਚੱਲ ਫਿਰ ਨਹੀਂ ਪੂਰਾ ਪਾਉਣਾ ਹੈਗਾ, ਤੁਸੀਂ ਸਾਰੀਆਂ ਚੀਜ਼ਾਂ ਆਪਣੇ ਸਹਾਰੇ ਨਹੀਂ ਕਰ ਸਕਦੇ ਹੈਗੇ, ਉਹ 'ਚ ਤਾਂ ਬੰਦੇ ਦਾ ਵੈਸੇ ਹੀ ਕਈ ਵਾਰ ਹੌਸਲਾ ਟੁੱਟ ਜਾਂਦਾ ਹੈ। ਇਸ ਚੀਜ਼ ਕਰਨੀ ਤਾਂ ਸਪੈਸ਼ਲੀ ਧਿਆਨ ਉਦੋਂ ਜਾਂਦਾ ਜਦੋਂ ਬੰਦਾ ਬਿਲਕੁਲ ਰਿਲੈਕਸ ਹੁੰਦਾ ਹੈਗਾ। बिल्कुल बिल्कुल, हौसला तो हमेशा टूट जाता है, बट यही है कि रखना पड़ता है। या तो ऑप्शन आपके पास यही है कि इसके लिए रो लो और बेड पे रह लो, या फिर ये है कि हिम्मत करके आप आगे बढ़ो, और जितना भी आपसे होता है, जितना भी मैं जो भी मुझे मिला आई थिंक मैं करती गई। और मेरे पेरेंट्स का सपोर्ट था, मेरी मदर का बहुत सपोर्ट था, जिसके कारण मैंने अपनी स्टडीज़ पूरी की, सब कुछ किया, और आज मैं यहाँ पे हूँ। ਸੋਮਿਆ, ਇਹ ਜੇ ਕਿਹਾ ਜਾਵੇ ਥੋੜ੍ਹਾ ਜਿਹਾ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਜਨਮ ਤੋਂ ਇਸੇ ਤਰ੍ਹਾਂ ਦੇ ਨਾਲ ਹੋ ਤੁਸੀਂ ਜਾਂ ਬਾਅਦ 'ਚ ਇਹ ਹੋਇਆ ਤੁਹਾਡੇ ਨਾਲ ਐਕਸੀਡੈਂਟ? ਕਿਉਂਕਿ ਜਿਵੇਂ ਹੁਣ ਆਪਾਂ ਗੱਲ ਕਰ ਰਹੇ ਸੀਗੇ, ਉਹ ਮੈਂ ਕਿਹਾ ਥੋੜ੍ਹਾ ਜਿਹਾ ਦੱਸਣਾ ਜ਼ਰੂਰੀ ਹੈ, ਕਿਉਂਕਿ ਜਦੋਂ ਵਾਰ-ਵਾਰ ਬੰਦਾ ਗਿਰ ਕੇ ਖੜਾ ਹੁੰਦਾ ਹੈ ਉਹ ਚੀਜ਼ ਲੋਕ ਕਿਤੇ ਨਾ ਕਿਤੇ ਸਮਝਣਾ ਚਾਹੁੰਗੇ, ਕਿਉਂਕਿ ਲੋਕ ਤਾਂ ਜਦੋਂ ਇੱਕ ਵਾਰ ਗਿਰ ਜਾਂਦੇ ਨੇ ਦੁਬਾਰਾ ਖੜ੍ਹਨਾ ਉਹਨਾਂ ਲਈ ਮੁਸ਼ਕਿਲ ਹੋ ਜਾਂਦਾ। जी, तो मैं 11 दिन की थी जब जो केयर टेकर आते हैं उनके हाथ से गिर गई थी, तो मेरा फ्रैक्चर हो गया, बट वो थोड़ा कॉम्प्लिकेटेड हो गया, और डॉक्टर ने भी उसको ठीक करने के चक्कर में मुझे 11 या 12 दिन की थी तो मैं काफ़ी खींचा, तो आई गॉट हिप डिस्लोकेशन वहाँ पे। और विद इन लाइक 6 मंथ्स जब मैं
थी तो मेरे 3 फ्रैक्चर हो गए थे। तो मसल वीक के कारण आगे मतलब कॉम्प्लिकेशन बढ़ती गई। तो वो कभी कुछ भी कह लो, मतलब वो ठीक नहीं हो पाया, बट मैंने हिम्मत रखी, आगे काम करती गई। और डॉक्टर ने थोड़ा ये भी बोल दिया था कि आप बेड पे ही रहो, ज़्यादा वो मत करो। बट मुझे स्टडीज़ का शौक़ था तो मैंने स्टडी पूरी करी अपनी। उसके बाद ग्रेजुएशन करी। पहले पंचकुला से अपनी 12th पास करी, फिर ग्रेजुएशन करी, फिर MBA फ्रॉम पंजाब यूनिवर्सिटी, ये सब मैंने किया। उसके बाद मैं जॉब करा, फिर इस फैशन फील्ड में अपना स्टार्ट किया जो भी मैं कर सकती थी। ਫੈਸ਼ਨ ਨਾਲ ਕਿੰਨੀ ਧਿਆਨ ਕਿਵੇਂ ਗਿਆ ਕਿ ਆਖਰ ਇਸ ਤਰਫ ਚਲੋ, ਜਿਵੇਂ ਜੋ ਤੁਹਾਡੀ ਜੌਬ ਵਧੀਆ ਚੱਲ ਰਹੀ ਹੈ ਤੇ ਜੌਬ ਦੇ ਨਾਲ ਨਾਲ ਫੈਸ਼ਨ ਵਾਲਾ ਸ਼ੌਕ ਇਹ ਇਕੁਅਲ ਤੋਂ ਹੋਇਆ ਜਾਂ ਫਿਰ ਸ਼ੁਰੂ ਤੋਂ ਹੀ ਸੀਗਾ ਕਿ ਮੈਂ ਫੈਸ਼ਨ ਦੀ ਦੁਨੀਆ ਜਾਵਾਂ? नहीं, मुझे ऐसा नहीं था, मैं हमेशा अपने उस पे रहती थी। मुझे ये नहीं होता था कि मुझे प्रॉब्लम है तो मुझे लोग ऐसे देखें। मुझे चाहे वो ठीक कपड़े पहनने का था, थोड़ा क्रिएटिविटी का था, मैं अपने आप को ऐसे रखती थी। तो कोई मेरे सिस्टर होते थे, एक अनीता शर्मा मेरी मेंटर है, तो उन्होंने बोला कि आप इस चीज़ पे ट्राई करो। एक फैशन डिज़ाइनर थे फिज़िकली हैंडीकैप के लिए, तो वो ऐसे शोज़ करते हैं, तो आप में वो है अंदर चीज़, आप इसके लिए ट्राई करो। तो इस तरीके से मैंने स्टार्ट किया। ऐसे कुछ वो नहीं था, बट जब मुझे ऐसे मिला कि नहीं, आपका जो आउटलुक है लाइफ को देखने का बहुत पॉजिटिव है, आप औरों को भी मोटिवेट कर सकते हो, ना कि सिर्फ आप जैसे बट बहुत लोगों को। तो फिर मैंने यहाँ से स्टार्ट किया अपना। ਸੋ ਮੈਂ ਦੇਖਿਆ ਜਾਵੇ ਜਿਸ ਤਰ੍ਹਾਂ ਦੇ ਨਾਲ ਚਲੋ ਤੁਹਾਡੀ ਜੇ ਕਹੀਏ ਕਿ ਜ਼ਿੰਦਗੀ ਤਾਂ ਬੜੀ ਸੰਘਰਸ਼ਾਂ ਭਰੀ ਹੈਗੀ ਹੈ ਤੇ ਅੱਗੇ ਵੀ ਜਿਸ ਤਰ੍ਹਾਂ ਦੇ ਨਾਲ ਚੱਲ ਰਿਹਾ ਹੈ ਤੇ ਜੌਬ ਕਰਦੇ ਹੋਗੇ ਉਹਦੇ ਵਿੱਚ ਤਾਂ ਨਹੀਂ ਕੋਈ ਕਿਸ ਤਰ੍ਹਾਂ ਦੀ ਪਰੇਸ਼ਾਨੀ ਆਉਂਦੀ, ਕਿਉਂਕਿ ਤੁਸੀਂ ਪੜ੍ਹਾਈ ਵੀ ਆਪਦੀ ਪੂਰੀ ਕਰੀ, 12th ਵੀ ਕੀਤੀ, ਉਦੋਂ ਬਾਅਦ ਗ੍ਰੈਜੂਏਸ਼ਨ ਕੀਤੀ, ਅੱਗੇ ਜਿਸ ਤਰ੍ਹਾਂ ਦੇ ਨਾਲ ਵਧੇ, ਕੋਈ ਸਮਾਂ ਇਸ ਪੂਰੇ ਪੜ੍ਹਾਈ ਦੇ ਦੌਰਾਨ ਜਾਂ ਹੋਰ ਕੋਈ ਲੱਗਿਆ ਕਦੇ ਕਿ ਆਖਰਕਾਰ ਦੁਨੀਆ ਮੈਨੂੰ ਕਿਸ ਸਿੰਪਥੀ ਦੇ ਨਜ਼ਰ ਨਾਲ ਦੇਖਦੀ ਹੈ, ਜਾਂ ਮੈਂ ਜਦੋਂ ਬਾਕੀਆਂ ਦੇ ਵਾਂਗੂ ਨਹੀਂ ਹੈਗੀ ਤਾਂ ਮੈਨੂੰ ਕੀ ਕੋਈ ਲੋਕ ਇਹ ਵੀ ਕਦੇ ਮਹਿਸੂਸ ਹੋਇਆ ਕਿ ਆਖਰ ਮੇਰੇ ਤੋਂ ਕਤਰਾਉਂਦੇ ਨੇ ਕਿ ਮੇਰੇ ਨਾਲ ਨਹੀਂ ਕੋਈ ਗੱਲ ਕਰਨਾ ਚਾਹੁੰਦਾ? हाँ, बिल्कुल हुआ। मतलब इनिशियली भी कह लो या बाद में स्टडीज़ के लाइक एक सोशल एक्सेप्टेंस बहुत बहुत जिसकी थोड़ी कमी है। बट अब अवेयरनेस जाग रही है। तो जो सोशल एक्सेप्टेंस होती है, कहीं पे बात करना झिझकते हैं लोग बात करते हुए या कुछ भी है। और जॉब के रिगार्डिंग भी काफ़ी अपॉर्चुनिटीज़ कम है। अब जैसे इवन जैसे स्पोर्ट्स है, पैरालंपिक्स हैं, उसमें इंडिया लाइक BCCI बहुत सपोर्ट कर रहे हैं अब। तो इसी में अगर फैशन फील्ड में या किसी और चीज़ में अगर मैं अच्छा कर रही हूँ या कोई और अच्छा कर रहा है, उसमें भी सपोर्ट मिल जाए गवर्नमेंट का या किसी का, तो बहुत बहुत हेल्पफुल होगा। लाइक अभी क्योंकि इस चीज़ में आई थिंक कोई सपोर्ट नहीं है इस फील्ड में। ਲੋਕਾਂ ਦਾ ਜਿਸ ਤਰ੍ਹਾਂ ਜਦੋਂ ਤੁਸੀਂ ਸ਼ੁਰੂਆਤ ਕਰੀ ਫੈਸ਼ਨ ਵਾਲੀ, ਕਿਉਂਕਿ ਹੁਣ ਦੀ ਗੱਲ ਹੋਰ ਹੈ, ਹੁਣ ਸੋਮਿਆਂ ਦੇ ਨਾਮ ਖਿਤਾਬ ਹੈਗਾ, ਅੱਗੇ ਮੈਕਸੀਕੋ ਤੁਸੀਂ ਫਿਰ ਜਾਣਾ ਇੰਡੀਆ ਨੂੰ ਰਿਪਰੈਜ਼ੈਂਟ ਕਰਨਾ। ਜਦੋਂ ਸ਼ੁਰੂਆਤ ਕਰੀ ਉਦੋਂ ਲੱਗਿਆ ਕਿਸੇ ਨੇ ਕਿਹਾ ਕਿ ਆਖਰਕਾਰ ਕਿ ਤੁਸੀਂ ਪਹਿਲਾਂ ਆਪਣੀ ਜ਼ਿੰਦਗੀ ਇੰਨੀ ਜ਼ਿਆਦਾ ਔਖੀ ਹੈਗੀ ਫਿਰ ਤੁਸੀਂ ਅੱਗੇ ਫੈਸ਼ਨ ਵਾਲੇ ਪਾਸੇ ਚੱਲੇ? हाँ, बिल्कुल ऐसे लोग कहने के लिए तो बहुत मिलते हैं, मतलब कि जो आपको ਹਰਟ ऐसे ਕਰਦੇ ਨੇ ਇਹ ਚੀਜ਼ਾਂ ਕਿ बिल्कुल बहुत हर्ट करती है। बट वही है कि आप या तो इसको लेके बैठ जाओ कि नहीं उसने ऐसा कहा। बहुत ज़्यादा लोग होते हैं ऐसे नेसर्स, दे आर, बट इसको इग्नोर करके आई थिंक आप आगे अगर बढ़ो कि नहीं, चलो अगर इसमें मैं ट्राई कर लेती हूँ कि अगर होता है, नहीं होगा तो क्या फिर। तो इसमें मतलब आई थिंक ट्राई करना, और जो जिन्होंने कहा है अब उनको ये देखना, मे बी उनको भी खुशी हो कि चलो कुछ करके दिखाया। ਤੇ ਹੁਣ ਅੱਗੇ ਦੇ ਕੀ ਪਲਾਨਸ ਨੇ ਕਿ ਹੁਣ, ਕਿਉਂਕਿ ਜਦੋਂ ਇੱਕ ਤਾਂ ਤੁਹਾਡੀ ਇਹ ਪੂਰੀ ਜ਼ਿੰਦਗੀ ਦੇ ਵਿੱਚ ਜਦੋਂ ਜੌਬ ਸਟਾਰਟ ਹੋਈ ਹੋਣੀ ਉਦੋਂ ਤੁਹਾਨੂੰ ਇੱਕ ਨਵੀਂ ਜ਼ਿੰਦਗੀ ਮਿਲੀ ਕਿ ਆਖਰਕਾਰ ਚਲੋ ਤੁਹਾਡਾ ਏਮ ਬਣ ਜਾਂਦਾ ਹੈ, ਬੰਦਾ ਬਿਜ਼ੀ ਹੋ ਜਾਂਦਾ ਹੈ। ਦੂਜੇ ਪਾਸੇ ਹੁਣ ਤੁਸੀਂ ਫੈਸ਼ਨ ਵਾਲੇ ਸਾਈਡ 'ਤੇ ਜੇ ਕਿਹਾ ਜਾਵੇ ਉਧਰ ਵੀ ਇੰਪਰੂਵ ਕਰ ਰਹੇ ਹੋ ਲਗਾਤਾਰ। ਦੋਨਾਂ ਦੇ ਵਿੱਚੋਂ ਕੀ ਚੀਜ਼ ਹੈ ਕਿ ਨਾਲ ਨਾਲ ਦੋਨੇ ਚੀਜ਼ਾਂ ਚੱਲਦੀਆਂ ਰਹਿਣ, ਖੁਸ਼ੀ ਹੈ ਇਸ ਚੀਜ਼ ਦੀ, ਮਨ ਨੂੰ ਤਸੱਲੀ ਹੈ ਜੋ ਮੈਂ ਕਰ ਰਹੀ ਹਾਂ ਅੱਛਾ ਹੈ? हाँ, बिल्कुल खुशी भी है, तसल्ली भी है, बट एक वो होता है कि थोड़ा हेल्प, एक्सेप्टेंस या काम ज़्यादा मिल जाए या प्लेटफॉर्म ऐसा मिल जाए कि जहाँ पे लोग, जैसे मैंने पहले भी कहा, पैरालंपिक्स है, कुछ भी है, थोड़ा अवेयरनेस और जागरूकता होती है वहाँ पे। इस फील्ड में कम है अभी भी। जैसे मैं काम करती हूँ, जैसे जो मेरे डायरेक्टर हैं वो बहुत हेल्पफुल है, उन्होंने मुझे ऑफ दिए हैं, जो भी है, मतलब कोऑपरेट कर रहे हैं वो। और आगे जाने के लिए भी मैं सोच रही हूँ कि कहाँ से अब प्लेटफॉर्म खुलते रहें ताकि
मेरे जैसे कोई आने वाले हो तो उनके लिए मैं हेल्प कर सकूं। तो मतलब ये चीज़, ये प्लेटफॉर्म की मैं अब सर्च कर रही हूँ। ਪਰ ਦੇਖਿਆ ਜਾਵੇ ਆਮ ਜ਼ਿੰਦਗੀ ਦੇ ਵਿੱਚ ਜੇ ਕਿ ਜਿਵੇਂ ਦੇਖਦੇ ਆਂਗੇ ਕਿ ਮੋਸਟਲੀ ਕੁੜੀਆਂ ਵਾਸਤੇ ਪਰੇਸ਼ਾਨੀਆਂ ਬਹੁਤ ਹੁੰਦੀਆਂ ਨੇਗੀਆਂ। ਇਕੱਲੀ ਇਹ ਨਹੀਂ ਹੁੰਦਾ ਕਿ ਆਖਰਕਾਰ ਉਹਨਾਂ ਨੇ ਪਹਿਲਾਂ ਜੇ ਕਿਤੇ ਪੜ੍ਹਨ ਜਾਣਾ ਹੈ, ਫਿਰ ਜੌਬ, ਫਿਰ ਫੈਮਿਲੀ, ਬਹੁਤ ਤਰ੍ਹਾਂ ਦੀਆਂ ਪਰੇਸ਼ਾਨੀਆਂ ਇਹ ਦੌਰ ਦੇ ਵਿੱਚ ਆਉਂਦੀਆਂ ਨੇ। ਤੁਹਾਨੂੰ ਲੱਗਿਆ ਕਿਤੇ ਇਸ ਤਰ੍ਹਾਂ ਦਾ, ਕਿਉਂਕਿ ਚਲੋ ਇੱਕ ਸਿੰਪਥੀ ਫੈਕਟਰ ਤੁਹਾਡੇ ਨਾਲ ਜ਼ਰੂਰ ਜੁੜਦਾ ਹੈ, ਚਲੋ ਹੈਂਡੀਕੈਪਟ ਲੋਕ ਕੋਈ ਦੇਖਦਾ ਵੀ ਹੈ ਤਾਂ ਕਈ ਲੋਕ ਇਸ ਚੀਜ਼ ਨੂੰ ਬੁਰਾ ਸਮਝਦੇ, ਪਰ ਜ਼ਿਆਦਾਤਰ ਚੰਗਾ ਹੀ ਸਮਝਦੇ ਆ। ਖੈਰ ਕਿ ਠੀਕ ਹੈ, ਚਲੋ ਇਹਦੀ ਹੈਲਪ ਕਰਨੀ ਚਾਹੀਦੀ ਹੈਗੀ। ਉਹ ਕੁੜੀਆਂ ਵਾਲੀਆਂ ਪਰੇਸ਼ਾਨੀਆਂ ਵੀ ਆਉਂਦੀਆਂ ਨੇ ਨਾਲ ਨਾਲ ਇਸ परेशानी ਦੇ। बिल्कुल आती है। मतलब अभी हम इंडिया आई थिंक इस दौर पे है जब वुमेन एम्पावरमेंट हो रही है, बट तब जब मैं थी तो इतना वो नहीं था कि हाँ ऐसे डिस्क्रिमिनेशन नहीं हुआ, बट डिसेबिलिटी के साथ बिल्कुल होता है कि कैसे लोग देखते हैं या मदद करते हैं। सिर्फ सिंपैथी के कारण कोई लोग आके बात कर लेते हैं, तो उससे मतलब हमेशा लाइक मैं दूर रही हूँ कि मुझे वैसा नहीं चाहिए। सिंपैथी आई थिंक मैं ये मानती हूँ 2-3 दिन की होती है। किसी ने साथ देना है तो सच में साथ दो और बात करो। और अगर हम भी मतलब अगर हमें एक अपॉर्चुनिटी मिले या हमारी नीड्स डिफरेंट होती है, अगर हमें वो प्रोवाइड करी जाए तो हम और लोगों जैसे ही हैं आई थिंक। ਪਰ ਲੋਕਾਂ ਨੂੰ ਲੱਗਦਾ ਕਿ ਸ਼ਾयद ਇਹ ਸੀ ਇਹਨਾਂ ਨਾਲ ਗੱਲ ਨਾ करिए। हाँ, तो वही है, वो सोसाइटी की अवेयरनेस नहीं है। उनको लगता है अच्छा ये व्हीलचेयर पे है तो कुछ एलियन होएगी या कुछ होएगा। तो ये तो मैंने लाइक स्कूल में या अपने मतलब काफ़ी जगह फेस किया है। बट अब है कि चेंज हो रहा है और मैं इसको एजेंडा को ही लेके निकली हूँ कि ये जो सोच है, एक वर्ड है इंक्लूजन, वो मैं इंडिया में स्प्रेड करना ਸਭ चाहती ਤੋਂ हूँ। ਜ਼ਿਆਦਾ ਪਰੇਸ਼ਾਨੀ ਦੇਖਦੇ ਹਾਂ ਕਿ ਸਕੂਲ ਟਾਈਮ ਦੇ ਵਿੱਚ ਆਪਾਂ ਦੇਖਿਆ ਜਿਵੇਂ ਕਿ ਆਮ ਤੌਰ ਤੇ ਰਹਿੰਦਾ ਕਿ ਸਕੂਲ ਟਾਈਮ ਹਰ ਇੱਕ ਕਿਸੇ ਦੇ ਯਾਦ ਰਹਿੰਦਾ ਹੈ। ਸਕੂਲ ਟਾਈਮ ਦੇ ਵਿੱਚ ਚਾਹੇ ਸ਼ਰਾਰਤਾਂ ਹੋਣ, ਚੰਗਾ ਸਮਾਂ ਹੋਵੇ, ਪਰ ਉਹਦੇ ਨਾਲ ਕਈ ਚੀਜ਼ਾਂ ਦੀ ਇਸ ਤਰ੍ਹਾਂ ਦੀ ਵੀ ਹੁੰਦੀ ਹੈ ਵੀ ਜਿਵੇਂ ਜਿਸ ਤਰ੍ਹਾਂ ਬਾਕੀ ਬੱਚੇ ਨੇਗੇ ਉਹ ਤੁਹਾਨੂੰ ਕਿਸ ਤਰ੍ਹਾਂ ਰਿਐਕਟ ਕਰਦੇ ਨੇ। ਤੁਹਾਨੂੰ ਲੱਗੀ ਇਸ ਚੀਜ਼ ਦਾ ਕੋਈ ਅਲੱਗ ਲੱਗਿਆ ਕਦੇ ਜਾਂ नहीं सारे हेल्पफुल ਸੀਗੇ? हाँ होते हैं, बट मैंने जैसे जैसे बच्चे होते हैं उनके जो पेरेंट्स उनको सिखाते हैं तब वो नहीं होता। तो मेरे साथ भी हुआ है कि बहुत से लोग थे कि नहीं बात करते थे, बट मुझे लगता था अरे ये बात क्यों नहीं कर रहे हैं, या फिर ये मेरे ਕਿ साथ ਖੁਦ फ्रेंड। ਨੂੰ ਵੀ ਉਹਨਾਂ पता नहीं ਹੁੰਦਾ भी ये क्यों इस नहीं, तरह कर रहे हैं। वो खुद को भी नहीं होता कि ऐसा मैं कुछ गलत कर रही हूँ या कुछ हो रहा है। तो अब जाके मतलब ये होता है कि ये आपकी आई थिंक परवरिश या जो भी है आपके पेरेंट्स के ने आपको क्या दिया है। तो अगर ये आई थिंक आज की जनरेशन को अवेयरनेस मिले तो उनके आने वाली जो आगे यूथ होगी वो ऐसा नहीं डिस्क्रिमिनेशन करेगी। तो मैं मतलब उनकी भी गलती नहीं है, बट हाँ थोड़े जो फ्रेंड्स थे वो नहीं बन पाए जो बन सकते थे शायद। खुद ਦੇ ਮਨ ਦੇ ਵਿੱਚ ਇਹ ਗਿਲਾ ਤਾਂ ਨਹੀਂ ਆਇਆ ਕਿ ਜਿਵੇਂ ਠੀਕ ਹੁੰਦੀ ਸ਼ਾਇਦ ਇਹ ਲੋਕ ਮੇਰੇ फ्रेंड्स ਹੁੰਦੇ? हाँ बिल्कुल होता है, क्यों नहीं होता, क्योंकि शायद जिस तरीके से मैं बात कर रही हूँ या कुछ है या सोचा एटलीस्ट टचवुड वो नॉर्मल है। तो उस बट उससे पहले मेरे जो व्हीलचेयर आ जाती थी या कुछ वो देखते थे लोग, तो उसके कारण थोड़ा झिझकते थे बात करने के लिए। बट अब मैं अच्छी लाइक पॉजिटिव साइड देख रही हूँ कि ये बदल रही है और मुझे और इसको बदलना है। कैसे बदलना है, जैसे फॉरेन में चीज़ें होती हैं, मतलब ड्राइव कर सकते हैं, कुछ भी चाहे जो मर्जी फैसिलिटी है, तो अगर वो इंडिया में आ जाए तो आई थिंक सब नॉर्मल हो जाए। ਇੱਕ ਲਾਸਟ ਚੈਨਲ ਦੱਸੋ ਕਿ ਹੁਣ ਤਾਂ ਦੇਖਿਆ ਜਾਵੇ ਸਪੈਸ਼ਲੀ ਤੁਹਾਨੂੰ ਦੇਖਦੇ ਵੀ ਹੋਣੇ ਆ ਜਦੋਂ ਮਾਰਕੀਟ ਜਾਂਦੇ ਹੋਵੋਗੇ ਜਾਂ ਜੇ ਕਿਹਾ ਜਾਵੇ ਚਲੋ ਫੈਮਿਲੀ ਫੰਕਸ਼ਨਸ ਤਾਂ ਰਹਿੰਦੇ ਹੀ ਆ, ਚਲੋ ਤੁਹਾਡੇ ਰਿਲੇਟਿਵ ਹੈਗੇ ਨੇ ਬਾਹਰ। ਇਸ ਦੌਰ ਦੇ ਵਿੱਚ ਫੈਸ਼ਨ ਦੁਨੀਆ ਦੇ ਆਉਣ ਦੇ ਤੋਂ ਬਾਅਦ ਕੋਈ ਚੀਜ਼ਾਂ ਬਦਲੀਆਂ, ਖੁਦ ਨੂੰ ਮਹਿਸੂਸ ਹੋਇਆ ਕਿ ਨਹੀਂ ਮੈਂ ਅੱਛਾ ਕਰ ਰਹੀ ਹੈਗੀ, ਲੋਕ ਸਪੈਸ਼ਲੀ ਤੌਰ ਤੇ ਮੈਨੂੰ ਸਲੂਟ ਵੀ ਕਰ ਰਹੇ ਨੇ ਤੇ ਦੇਖ ਵੀ ਰਹੇ ਨੇ ਕਿ ਹਾਂ ਇਹ ਕੁੜੀ ਨੇ कमाल करती है? हाँ थोड़ा बहुत चेंज हुआ है। मैं बिल्कुल वैसी ही हूँ जैसे पहले थी, चाहे कपड़े पहनने में चाहे कुछ भी मतलब अब। बट हाँ दूसरों को ये लगा है कि ये है कुछ कर सकती है आगे। मतलब अच्छा जब मैं चेन्नई भी गई थी तो वहाँ पे जब मैंने मॉडलिंग करी थी तो आई गॉट वेरी अप्रिशिएटेड बाय अदर मॉडल्स ऑल्सो जो नॉर्मल थे। तो वहाँ से मुझे कॉन्फिडेंस आया कि नहीं कर सकते हैं, और अगर इस फील्ड में अगर मैं आगे बढ़ सकती हूँ और एक अवेयरनेस क्रिएट कर सकती हूँ कि नहीं हम भी इस चीज़ में कुछ कर सकते हैं, तो आई थिंक बहुत अच्छा होगा। ਫਿਰ ਤਿਆਰੀ ਕਿਸ ਤਰ੍ਹਾਂ ਦੀ ਹੈ ਹੁਣ ਜਿਹੜੀ ਮੈਕਸੀਕੋ ਜਾਣ ਦੀ ਹੈ ਕਿ ਸਪੈਸ਼ਲੀ ਤੌਰ ਤੇ ਕੋਈ ਟ੍ਰੇਨਿੰਗ ਉਹ ਕਰ ਰਹੇ ਹੋ? ਤੇ ਬਾਕੀ ਇੱਕ ਚੀਜ਼ ਛੋਟੀ ਹੋਰ ਦੱਸੋ ਕਿ ਆਪਦੇ ਖਾਣ ਪੀਣ ਦਾ ਫਿਰ ਕਿਵੇਂ ਰੱਖਦੇ ਹੋ ਧਿਆਨ? ਨਾਰਮਲ ਡਾਈਟ ਹੈ ਜਾਂ ਵੱਖਰੀ ਰੱਖਦੇ ਹੋ? ਕਿਉਂਕਿ नहीं ਫੈਸ਼ਨ ਵਾਲੀ ਕੁੜੀਆਂ ਤਾਂ ਕਹਿੰਦੀਆਂ ਨੇ ਬਹੁਤ ਕੁਝ ਅਲੱਗ ਤੋਂ ਕਰਦੀਆਂ। नहीं नहीं मैं तो नॉर्मल रखती हूँ। थोड़ा हाँ 2 साल पहले जैसे मेरा एक्सीडेंट हो गया था जिसमें मेरे नीज फ्रैक्चर हो गए थे,
तो मैं 2 साल तक बेड रिडन थी। तो अब मैंने रिकवर किया है, तो हल्का सा हेल्थ इश्यूज़ और वीकनेस हो गई थी, बट खाने पीने का अब मैं नॉर्मल अच्छे से रख रही हूँ। जो भी प्रोटीन डाइट है, और मेरा ट्रेनर आता है ताकि मसल्स और जो भी मतलब वहाँ पे मैं अच्छे से अपने आप को रिप्रेजेंट कर सकूँ, तो वो तैयारी मैं कर रही हूँ अपनी ओर से। ਇੱਕ ਜਿਵੇਂ ਲਗਾਤਾਰ ਤੁਸੀਂ ਵੀਲਚੇਅਰ ਤੇ ਰਹਿਣਾ, ਹੋਰ ਵੀ ਪ੍ਰੋਬਲਮਸ ਕੋਈ ਕ੍ਰੀਏਟ ਹੁੰਦੀਆਂ ਨੇ ਇਹਦੇ ਨਾਲ? ਚਲੋ ਇੱਕ ਤਾਂ ਜਿਹੜੀ ਜੇ ਕਹਦੀਏ ਲਾਈਫ ਨੇ ਜ਼ਿੰਦਗੀ ਨੇ ਦੇਤੀ ਪ੍ਰੋਬਲਮ, ਇਹਦੇ ਨਾਲ ਹੋਰ ਪ੍ਰੋਬਲਮਸ ਕ੍ਰੀਏਟ ਹੁੰਦੀਆਂ ਨੇ ਕਿ ਨਾਲ ਹੋਰ ਕੋਈ ਇਸ਼ੂਜ਼ ਹੁੰਦੇ ਨੇ ਕਿ ਪ੍ਰੋਬਲਮ ਬੋਡੀ ਨੂੰ? हाँ, बहुत होते हैं। जैसे लॉन्ग आवर सिटिंग जब होती है आपकी, तो बैक में प्रेशर पड़ता है और शिफ्टिंग में प्रॉब्लम होती है। तो ये सब इश्यूज़ आपको लाइक सिटिंग में काफ़ी ज़्यादा होते हैं। और अगर आपको जैसे ट्रैवलिंग करनी हो तो एज सच आपके पास यहाँ कार नहीं होती जिसमें व्हीलचेयर अंदर चल जाए, जबकि बाहर इजीली मिल जाती है। तो ये सब चीज़ें हैं, फेस करनी पड़ती हैं चैलेंजेस। ਬੈਸਟ ਆਫ ਲੱਕ। ਕਿ ਆਖਰ ਹੁਣ ਮੈਕਸੀਕੋ ਜਾਣਾ ਸੌਮਿਆ ਨੇ, ਪਰ ਜਿਵੇਂ ਕਹਿੰਦੇ ਹੁੰਦੇ ਆ ਕਿ ਲਗਾਤਾਰ ਜੇ ਦੇਖਿਆ ਜਾਵੇ ਕਿ ਕੁਦਰਤ ਤੋਂ ਆਮ ਤੌਰ ਤੇ ਜਦੋਂ ਇਸ ਤਰ੍ਹਾਂ ਦੀ ਕੋਈ ਜ਼ਿੰਦਗੀ ਦੇ ਦੌਰ ਦੇ ਵਿੱਚ ਕੋਈ ਇਹੋ ਜਿਹਾ ਬੁਰਾ ਸਮਾਂ ਆ ਜਾਏ ਤਾਂ ਆਖਰਕਾਰ ਸ਼ਿਕਵਾ ਕਰਿਆ ਜਾਂਦਾ ਕਿ ਆਖਰ ਕੁਦਰਤ ਨੇ ਦਿੱਤਾ ਕੀ। ਪਰ ਕੁਦਰਤ ਜਦੋਂ ਮੋੜ ਕੇ ਦਿੰਦੀ ਹੈ ਤਾਂ ਉਹ ਇਸ ਤਰ੍ਹਾਂ ਦੀ ਉਦਾਹਰਨਾਂ ਸਾਹਮਣੇ ਆਉਂਦੀਆਂ ਨੇ ਕਿ ਮੈਨੇ ਦਿੱਤਾ ਤਾਂ ਬਹੁਤ ਕੁਝ, ਸ਼ਾਇਦ ਨੇ ਸਮਝਿਆ ਨਹੀਂ। ਪਰ ਸਮਝਣ ਦੇ ਨਾਲ ਕਹਿ ਸਕਦੇ ਹਾਂ ਕਿ ਇਹੀ ਉਹ ਕਹਾਣੀਆਂ ਨੇ ਕਿ ਆਖਰਕਾਰ ਭਾਵੇਂ ਵੀਲਚੇਅਰ ਤੇ ਹੈ ਸੌਮਿਆ, ਪਰ ਬਾਕੀ ਕਿਸੇ ਨਾਲੋਂ ਘੱਟ ਨਹੀਂ, ਹਾਲਾਂਕਿ ਉੱਪਰ ਹੀ ਕਹਾਂਗੇ। ਕਿਉਂਕਿ ਕੱਲਾ ਸਿਮਤੀ ਤੌਰ ਤੇ ਕਿਸੇ ਨੂੰ ਦੇਖੀਏ ਉਹ ਵੀ ਜਾਇਜ਼ ਨਹੀਂ। ਸਿਮਤੀ ਉਹ ਹੁੰਦੀ ਹੈ ਜਦੋਂ ਅਸੀਂ ਕਿਸੇ ਦੇ ਲਈ ਸਪੈਸ਼ਲੀ ਕੋਈ ਆਪਦੀਆਂ ਵੇਵਸ ਕੱਢਦੇ ਹਾਂ, ਪਰ ਆਖਰਕਾਰ ਉਹਦੇ ਕੀਤੇ ਕੰਮ ਨੂੰ ਜਦੋਂ ਸਲੂਟ ਹੁੰਦਾ, ਉਹ ਕਹਾਣੀ ਅਸਲ ਹੁੰਦੀ ਹੈ। ਸੌਮਿਆ ਜੇ ਕਿਹਾ ਜਾਵੇ ਕਿ ਜਿਸ ਤਰ੍ਹਾਂ ਦੇ ਨਾਲ ਹੁਣ ਫੈਸ਼ਨ ਦੀ ਦੁਨੀਆ ਦੇ ਵਿੱਚ ਜਾ ਰਹੀ ਹੈ, ਅੱਗੇ ਵਧ ਰਹੀ ਆ, ਤਾਂ ਨਾਲ ਜੇ ਦੇਖਿਆ ਜਾਵੇ ਆਪਦੀ ਜ਼ਿੰਦਗੀ ਜਿਉਣ ਦੇ ਨਾਲ ਕੱਲਾ ਇਹ ਨਹੀਂ ਕਿ ਇਸ ਪਾਸੇ ਨੂੰ, ਬਲਕਿ ਜੌਬ ਵੀ ਕਰਦੀ ਹੈ ਤੇ ਆਮ ਕਿਸੇ ਕੁੜੀ ਨਾਲੋਂ ਘੱਟ ਨਹੀਂ। ਸੀਨੀਅਰ ਵੀਡੀਓ ਜਰਨਲਿਸਟ ਕਮਲ ਦੇ ਨਾਲ, ਮਿਸਿੰਗ ਡੇਲੀ ਪੋਸਟ ਪੰਜਾਬੀ, ਪੰਚਕੂਲਾ।